ਧਰਮ ਰਾਹੀਂ ਸੱਚ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਸਬਸਕ੍ਰਾਈਬ ਕਰੋ ਸਾਡਾ ਨਵਾਂ ਚੈਨਲ ਦਾ ਖਾਲਸ ਟੀਵੀ ਧਰਮ। ਦਾ ਖਾਲਸ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਦੁਨੀਆ ਭਰ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਲਈ, ਸਿੱਖ ਕੌਮ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਆਦੇਸ਼ ਜਾਰੀ ਕੀਤਾ ਗਿਆ। ਬਹੁਤ ਹੀ ਜ਼ਰੂਰੀ ਆਦੇਸ਼ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤੁਹਾਡੇ ਸਭ ਤੱਕ ਭੇਜਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਸਿੱਖ ਅਰਦਾਸ ਦੇ ਵਿੱਚ ਯਕੀਨ ਰੱਖਦਾ ਹੈ, ਹਰ ਆਪਣੇ ਕੰਮ ਦੇ ਲਈ, ਕਿਸੇ ਵੀ ਕੰਮ ਦੇ ਲਈ, ਦੁੱਖ ਸੁੱਖ ਦੇ ਵਿੱਚ ਸਿੱਖ ਜਿਹੜਾ ਅਰਦਾਸ ਜ਼ਰੂਰ ਕਰਦਾ ਹੈ ਤੇ ਸਰਬੱਤ ਦਾ ਭਲਾ ਸਿੱਖੀ ਦਾ ਸਿਧਾਂਤ ਹੈ, ਸਰਬੱਤ ਦੇ ਭਲੇ ਦੀ ਅਰਦਾਸ ਕਰਨਾ। ਇਸੇ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹ ਕਿਹਾ ਹੈ ਪੂਰੀ ਸਿੱਖ ਕੌਮ ਨੂੰ ਕਿ ਤੁਸੀਂ ਜਿੱਥੇ ਵੀ ਰਹਿੰਦੇ ਹੋ, ਆਪਣੇ ਘਰਾਂ ਦੇ ਵਿੱਚ ਬੈਠ ਕੇ, ਸਰੀਰ ਤੋਂ ਸਰੀਰ ਦੀ ਦੂਰੀ ਬਣਾ ਕੇ ਘਰਾਂ ਦੇ ਵਿੱਚ ਬੈਠ ਕੇ ਸਵੇਰੇ 10 ਵਜੇ ਜਪਜੀ ਸਾਹਿਬ, ਸੁਖਮਨੀ ਸਾਹਿਬ ਤੇ ਮੂਲ ਮੰਤਰ ਦੇ ਪਾਠ ਕਰੋ। ਉਸ ਤੋਂ ਬਾਅਦ 10:30 ਵਜੇ ਸਰਬੱਤ ਦੇ ਭਲੇ ਦੀ ਅਰਦਾਸ ਕਰੋ। ਜੋ ਵੀ ਤੁਸੀਂ ਬਾਣੀ ਪੜ੍ਹਨਾ ਚਾਹੁੰਦੇ ਹੋ ਪੜ੍ਹੋ। ਇਸ ਦੇ ਨਾਲ ਹੀ ਸ਼ਾਮ ਨੂੰ 5 ਵਜੇ ਵੀ, ਰੋਜ਼ਾਨਾ ਸ਼ਾਮ ਨੂੰ 5 ਵਜੇ ਵੀ ਤੁਸੀਂ ਗੁਰਬਾਣੀ ਦਾ ਪਾਠ ਕਰਨਾ ਹੈ ਤੇ 5:30 ਵਜੇ ਸਾਰਿਆਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਹੈ। ਜਿੱਥੇ ਵੀ ਜਿਹੜਾ ਸਿੱਖ ਜਿੱਥੇ ਵੀ ਬੈਠਾ, ਜ਼ਰੂਰੀ ਨਹੀਂ ਕਿ ਤੁਸੀਂ ਗੁਰਦੁਆਰਿਆਂ ਦੇ ਵਿੱਚ ਜਾਣਾ ਹੈ, ਤੁਸੀਂ ਆਪੋ ਆਪਣੇ ਘਰਾਂ ਦੇ ਵਿੱਚ ਬਹਿ ਕੇ ਅਰਦਾਸ ਕਰਨੀ ਹੈ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੁਚੇਤ ਹੋਣ ਲਈ ਵੀ ਕਿਹਾ, ਸਿੱਖਾਂ ਨੂੰ ਸੁਚੇਤ ਹੋਣ ਦੇ ਲਈ ਕਿਹਾ, ਪੂਰੀ ਮਨੁੱਖਤਾ ਨੂੰ ਸੁਚੇਤ ਹੋਣ ਦੇ ਲਈ ਕਿਹਾ। ਮੀਡੀਆ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਕਿ ਮੀਡੀਆ ਦਾ ਕੁਝ ਹਿੱਸਾ ਜਿਹੜਾ ਜਾਣਕਾਰੀਆਂ ਪਹੁੰਚਾ ਰਿਹਾ ਲੋਕਾਂ ਦੇ ਤੱਕ, ਜਿਹੜੀਆਂ ਬਹੁਤ ਜ਼ਰੂਰੀ ਨੇ। ਮੀਡੀਆ ਦੇ ਥਰੂ ਹੀ ਅਸੀਂ, ਕਿਉਂਕਿ ਹੁਣ ਸਾਰੇ ਲੋਕ ਕੁਆਰੰਟਾਈਨ ਹੋਏ ਬੈਠੇ ਨੇ ਤੇ ਮੀਡੀਆ ਨੇ ਹੀ ਜਾਣਕਾਰੀ ਦੇਣੀ ਹੈ, ਤਾਂ ਕੁਝ ਮੀਡੀਆ ਉਹਨਾਂ ਨੇ ਕਿਹਾ ਕਿ ਚੰਗੀ ਜਾਣਕਾਰੀ ਦੇ ਰਿਹਾ ਹੈ, ਸਿਰਫ ਇਨਫੋਰਮੇਸ਼ਨ ਪਹੁੰਚਾ ਰਿਹਾ ਹੈ, ਪਰ ਕੁਝ ਮੀਡੀਆ ਦਾ ਹਿੱਸਾ ਜਿਹੜਾ ਉਹ ਭੈਭੀਤ ਕਰ ਰਿਹਾ ਹੈ। ਸੋ ਭੈਭੀਤ ਹੋਣ ਦੀ ਲੋੜ ਨਹੀਂ, ਡਰਨ ਦੀ ਲੋੜ ਨਹੀਂ। ਤੁਹਾਨੂੰ ਜਾਣਕਾਰੀ, ਅਵੇਅਰਨੈਸ ਹੋਣੀ ਜ਼ਰੂਰੀ ਹੈ, ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਇਹ ਬਿਮਾਰੀ ਹੈ, ਭਿਆਨਕ ਬਿਮਾਰੀ ਹੈ, ਖਤਰਨਾਕ ਹੈ, ਮਹਾਮਾਰੀ ਹੈ। ਇਸ ਦਾ ਇਲਾਜ ਹੈ ਜਿਹੜਾ ਉਹ ਇਹ ਹੈ ਕਿ ਤੁਸੀਂ ਸਰੀਰ ਤੋਂ ਸਰੀਰ ਦੀ ਦੂਰੀ ਬਣਾ ਕੇ ਰੱਖਣੀ ਹੈ। ਦੂਰੀ ਦਾ ਮਤਲਬ ਸਿੰਘ ਸਾਹਿਬ ਨੇ ਇਹ ਵੀ ਕਿਹਾ ਕਿ ਦੂਰੀ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸਮਾਜਿਕ ਤੌਰ ਤੇ ਦੂਰ ਹੀ ਹੋ ਜਾਓਗੇ ਇੱਕ ਦੂਸਰੇ ਤੋਂ। ਸੋ ਜੋ ਇਸ ਬਿਮਾਰੀ ਦਾ ਇਲਾਜ ਹੈ ਉਸ ਦੇ ਸੰਬੰਧੀ ਸੁਚੇਤ ਹੋਈਏ ਤੇ ਉਹਨੂੰ ਪਾਲਣਾ ਵੀ ਕਰੀਏ। ਉਹਦੀ ਸਰਕਾਰਾਂ ਵੀ ਇਹੀ ਕਹਿ ਰਹੀਆਂ ਨੇ। ਜਥੇਦਾਰ ਸਾਹਿਬ ਦਾ ਪੂਰਾ ਸੰਦੇਸ਼ ਤੁਹਾਡੇ ਸਾਰਿਆਂ ਦੇ ਲਈ, ਆਪਣੇ ਸਾਰਿਆਂ ਦੇ ਲਈ ਕੀ ਹੈਗਾ ਉਹ ਅਸੀਂ ਤੁਹਾਨੂੰ ਇਨ ਬਿਨ ਸੁਣਾ ਦਿੰਦੇ ਹਾਂ। ਆਪਣੇ ਘਰਾਂ ਦੇ ਵਿੱਚ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਈਏ, ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰੀਏ, ਆਪਣੇ ਗੁਰੂ ਦੀਆਂ ਵਡਿਆਈਆਂ, ਗੁਰੂ ਦੀਆਂ ਸਿਫਤਾਂ ਆਪਣੇ ਬੱਚਿਆਂ ਨੂੰ ਸੁਣਾਈਏ, ਆਪਣੇ ਪਰਿਵਾਰ ਦੇ ਜੀਆਂ ਨੂੰ ਸੁਣਾਈਏ। ਜਦੋਂ ਅਸੀਂ ਅਕਾਲ ਪੁਰਖ ਨੂੰ ਯਾਦ ਕਰਾਂਗੇ, ਆਪਣੇ ਗੁਰੂ ਦੀਆਂ ਸਿਫਤਾਂ ਨੂੰ ਅਸੀਂ ਬਾਰ-ਬਾਰ ਜਿਹੜਾ ਹੈ ਆਪਣੇ ਬੱਚਿਆਂ ਤਾਈਂ ਸੁਣਾਵਾਂਗੇ, ਤਾਂ ਜਿਹੜੇ ਗੁਣਾਂ ਨਾਲ ਅਸੀਂ ਆਪਣੇ ਸਤਿਗੁਰਾਂ ਦੀ ਸਿਫਤ ਕਰਾਂਗੇ, ਜਿਹੜੇ ਗੁਣਾਂ ਨਾਲ ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਾਂਗੇ, ਉਹ ਗੁਣ ਸਾਡੀ ਜ਼ਿੰਦਗੀ ਦਾ ਹਿੱਸਾ ਜ਼ਰੂਰ ਬਣਨਗੇ। ਗੁਰਬਾਣੀ ਦਾ ਵੀ ਫਰਮਾਨ ਹੈ, ਗੁਣ ਕਹੈ ਗੁਣੀ ਸਮਾਵਣਿਆ। ਇਸ ਕਰਕੇ ਮੈਂ ਸਾਰੀ ਸਿੱਖ ਸੰਗਤ ਜਿਹੜੀ ਵਿਸ਼ਵ ਦੇ ਵਿੱਚ ਵਸਦੀ ਹੈ ਉਹਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਆਪਣੇ ਘਰਾਂ ਦੇ ਵਿੱਚ 10 ਵਜੇ ਅਸੀਂ ਜਪਜੀ ਸਾਹਿਬ ਦਾ ਪਾਠ, ਸੁਖਮਨੀ ਸਾਹਿਬ ਦਾ ਪਾਠ ਜਾਂ ਮੂਲ ਮੰਤਰ ਦਾ ਜਾਪ, ਵਾਹਿਗੁਰੂ ਦਾ ਜਾਪ ਜ਼ਰੂਰ ਜਪੀਏ 10:30 ਵਜੇ ਤੱਕ। ਤੇ 10:30 ਵਜੇ ਅਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਅਰਦਾਸ ਕਰੀਏ ਅਕਾਲ ਪੁਰਖ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ, ਵਾਹਿਗੁਰੂ ਸਮੁੱਚੀ ਮਾਨਵਤਾ ਨੂੰ ਇਸ ਬਿਮਾਰੀ ਤੋਂ ਨਿਜਾਤ ਬਖਸ਼ੇ। ਇਸੇ ਤਰ੍ਹਾਂ ਸ਼ਾਮ ਨੂੰ 5 ਵਜੇ ਅਸੀਂ ਆਪਣੇ ਪਰਿਵਾਰ ਦੇ ਵਿੱਚ ਅਲੱਗ-ਅਲੱਗ ਬੈਠ ਕੇ ਗੁਰਬਾਣੀ ਦਾ ਪਾਠ ਕਰੀਏ ਤੇ 5:30 ਵਜੇ ਅਸੀਂ ਅਰਦਾਸ ਕਰੀਏ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ। ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਇਸ ਬਿਮਾਰੀ ਤੋਂ ਨਿਜਾਤ ਬਖਸ਼ਣ। ਸਰੀਰ ਤੋਂ ਸਰੀਰ ਤੱਕ ਜਿਹੜੀ ਦੂਰੀ ਹੈ, ਇਹ ਦਾ ਮਤਲਬ ਇਹ ਨਹੀਂ ਕਿ ਅਸੀਂ ਸਮਾਜਿਕ ਤੌਰ ਤੇ ਜਿਹੜਾ ਹੈ ਉਹ ਦੂਰ ਹੋ ਰਹੇ ਹਾਂ ਜਾਂ ਦੂਰ ਜਾ ਰਹੇ ਹਾਂ ਜਾਂ ਦੂਰ ਹੋ ਜਾਵਾਂਗੇ। ਸਰੀਰ ਦੀ ਸਰੀਰ ਤੋਂ ਦੂਰੀ ਬਣਾਈ ਰੱਖਣੀ ਜਿਹੜੀ ਹੈ ਇਸ ਮਾਹੌਲ ਦੇ ਵਿੱਚ ਬੜੀ ਜ਼ਰੂਰੀ ਹੈ। ਤੇ ਸਮਾਜਿਕ ਨੇੜਤਾ ਜਿਹੜੀ ਹੈ, ਸਰੀਰ ਤੋਂ ਸਰੀਰ ਦੀ ਦੂਰੀ ਦੇ ਨਿਯਮ ਨੂੰ ਕਾਇਮ ਰੱਖਦੇ ਹਾਂ। ਸਮਾਜਿਕ ਤੌਰ ਦੇ ਉੱਤੇ ਅਸੀਂ ਇੱਕ ਦੂਸਰੇ ਦੇ ਕਰੀਬ ਰਹਿਣ ਦਾ ਯਤਨ ਕਰਨਾ। ਅਸੀਂ ਸਮਾਜਿਕ ਤੌਰ ਦੇ ਉੱਤੇ ਸਾਰੇ ਇੱਕ ਰਹਿਣਾ, ਇੱਕ ਰਹਾਂਗੇ ਔਰ ਇੱਕ ਰਹਿਣ ਦਾ ਯਤਨ ਕਰਨਾ ਹੈ। ਤੇ ਸਰੀਰ ਤੋਂ ਸਰੀਰ ਦੀ ਦੂਰੀ ਦਾ ਜਿਹੜਾ ਨਿਯਮ ਹੈ ਇਸ ਬਿਮਾਰੀ ਤੋਂ ਬਚਣ ਦਾ, ਉਹਦੀ ਅਸੀਂ ਪਾਲਣਾ ਜਿਹੜੀ ਹੈ ਇਹ ਜ਼ਰੂਰ ਕਰਨੀ ਹੈ। ਮੈਂ ਫਿਰ ਇੱਕ ਵਾਰੀ ਸਾਰੇ ਸਿੱਖ ਭਾਈਚਾਰੇ ਨੂੰ ਇਹ ਕਹਿਣਾ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਦੇ ਵਿੱਚ ਬੈਠ ਕੇ, ਬਜਾਏ ਇਸ ਦੇ ਕਿ ਇਸ
ਬਿਮਾਰੀ ਤੋਂ ਭੈਭੀਤ ਕਰਨ ਦਾ ਯਤਨ ਕਰੀਏ, ਡਰਾਉਣ ਦਾ ਯਤਨ ਕਰੀਏ। ਅਸੀਂ ਅਕਾਲ ਪੁਰਖ ਦਾ ਜਾਪ ਜਪੀਏ, ਗੁਰੂ ਦੀਆਂ ਵਡਿਆਈਆਂ ਕਰੀਏ, ਗੁਰਬਾਣੀ ਦਾ ਪਾਠ ਕਰੀਏ ਤੇ 10 ਤੋਂ 10:30 ਵਜੇ ਤੱਕ ਸਵੇਰੇ ਤੇ ਸ਼ਾਮ 5 ਤੋਂ 5:30 ਵਜੇ ਤੱਕ ਸ਼ਾਮ ਨੂੰ ਅੱਧਾ ਘੰਟਾ ਅਸੀਂ ਜ਼ਰੂਰ ਗੁਰਬਾਣੀ ਦਾ ਪਾਠ ਕਰੀਏ, ਚਾਹੇ ਜਪਜੀ ਸਾਹਿਬ, ਸੁਖਮਨੀ ਸਾਹਿਬ ਜਾਂ ਮੂਲ ਮੰਤਰ ਦੇ ਜਾਪ ਅਸੀਂ ਜ਼ਰੂਰ ਕਰੀਏ। 10:30 ਵਜੇ ਤੇ 5:30 ਵਜੇ ਅਸੀਂ ਸਾਰੇ ਵਿਸ਼ਵ ਦੇ ਵਿੱਚ ਵਸਦੇ ਸਿੱਖ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਸਮੁੱਚੀ ਮਨੁੱਖਤਾ ਦੇ ਉੱਤੇ ਆਪਣਾ ਰਹਿਮਤ ਭਰਿਆ ਹੱਥ ਰੱਖੇ ਔਰ ਇਸ ਬਿਮਾਰੀ ਤੋਂ ਨਿਜਾਤ ਬਖਸ਼ੇ। ਮੀਡੀਆ ਦਾ ਕੁਝ ਹਿੱਸਾ ਜਿਹੜਾ ਹੈ ਉਹ ਸਾਨੂੰ ਅਵੇਅਰ ਕਰ ਰਿਹਾ ਹੈ, ਸਾਵਧਾਨ ਕਰ ਰਿਹਾ, ਸੁਚੇਤ ਕਰ ਰਿਹਾ, ਉਹਨੂੰ ਸੁਣੋ। ਕੁਝ ਹਿੱਸਾ ਮੀਡੀਆ ਦਾ ਅਜਿਹਾ ਵੀ ਹੈ ਜਿਹੜਾ ਸਾਨੂੰ ਭੈਭੀਤ ਕਰ ਰਿਹਾ, ਡਰਾ ਰਿਹਾ। ਨਾ ਤਾਂ ਅਸੀਂ ਆਪ ਡਰਨਾ, ਭੈਭੀਤ ਹੋਣਾ, ਤੇ ਨਾ ਹੀ ਅਸੀਂ ਆਪਣੇ ਬੱਚਿਆਂ, ਆਪਣੇ ਪਰਿਵਾਰ ਦੇ ਜੀਆਂ ਨੂੰ ਡਰਾਉਣਾ, ਭੈਭੀਤ ਕਰਨਾ। ਅਵੇਅਰ ਹੋਣਾ ਜਿਹੜਾ ਹੈ, ਅਵੇਅਰ ਕਰਨਾ ਜਿਹੜਾ ਹੋਰ ਗੱਲ ਹੈ, ਡਰਨਾ ਜਾਂ ਡਰਾਉਣਾ ਜਿਹੜਾ ਹੈ ਇਹ ਦੂਜੀ ਗੱਲ ਹੈ। ਅਸੀਂ ਨਾ ਡਰਨਾ ਨਾ ਡਰਾਉਣਾ, ਸਾਵਧਾਨੀਆਂ ਜ਼ਰੂਰ ਅਸੀਂ ਵਰਤਣੀਆਂ ਜੋ ਸਿਹਤ ਵਿਭਾਗ ਵੱਲੋਂ ਦੱਸੀਆਂ ਜਾ ਰਹੀਆਂ ਨੇ। ਜਿਹੜੀ ਚੀਜ਼ ਦਾ ਅਸੀਂ ਬਾਰ-ਬਾਰ ਧਿਆਨ ਧਾਰਦੇ ਹਾਂ, ਜਿਹੜੀ ਚੀਜ਼ ਨੂੰ ਅਸੀਂ ਬਾਰ-ਬਾਰ ਆਪਣੇ ਮੁੱਖੋਂ ਉਚਾਰਦੇ ਹਾਂ, ਉਹ ਚੀਜ਼ ਸਾਡੀਆਂ ਸਿਮਰਤੀਆਂ ਦੇ ਵਿੱਚ, ਸਾਡੀਆਂ ਯਾਦਾਂ ਦੇ ਵਿੱਚ ਵਸ ਜਾਂਦੀ ਹੈ, ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ। ਇਸ ਕਰਕੇ ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਇਸ ਬਿਮਾਰੀ ਦੀ ਚਰਚਾ ਦੀ ਬਜਾਏ ਆਪਣੇ ਘਰਾਂ ਦੇ ਵਿੱਚ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਈਏ। ਇੱਥੇ ਜਥੇਦਾਰ ਸਾਹਿਬ ਨੇ ਇਨਸਾਨੀ ਮਨ ਦੀ ਜੋ ਬਿਰਤੀ ਹੈ ਉਹਦੇ ਬਾਰੇ ਵੀ ਸੁਚੇਤ ਕੀਤਾ ਹੈ ਸਾਰੇ ਲੋਕਾਂ ਨੂੰ ਕਿ ਜਿਹੜੀ ਚੀਜ਼ ਨੂੰ ਅਸੀਂ ਵਾਰ-ਵਾਰ ਯਾਦ ਕਰਦੇ ਹਾਂ, ਜਿਹੜੀ ਚੀਜ਼ ਦਾ ਅਸੀਂ ਵਾਰ-ਵਾਰ ਨਾਮ ਲੈਂਦੇ ਹਾਂ ਜਾਂ ਜਾਪ ਕਰਦੇ ਹਾਂ, ਉਹ ਸਾਡੇ ਮਨ ਦੇ ਵਿੱਚ ਵਸ ਜਾਂਦੀ ਹੈ। ਸੋ ਇਸ ਕਰਕੇ ਜਿੰਨਾ ਤੁਸੀਂ ਜ਼ਿਆਦਾ ਇਸੇ ਬਿਮਾਰੀ ਦੀ ਚਰਚਾ ਕਰੀ ਜਾਓਗੇ, ਇਸ ਦਾ ਨਾਮ ਲਈ ਜਾਓਗੇ ਤਾਂ ਜਾਂ ਇਸ ਤੋਂ ਭੈਭੀਤ ਹੋ ਕੇ ਡਰ ਕੇ ਬੈਠੀ ਜਾਓਗੇ ਤੇ ਉਹ ਸਾਡੇ ਮਨ ਤੇ ਵੀ ਅਸਰ ਕਰਦੀ ਹੈ। ਤੇ ਜਦੋਂ ਮਨ ਤੇ, ਤੁਹਾਡੇ ਮਨ ਤੇ ਕਿਸੇ ਚੀਜ਼ ਦਾ ਅਸਰ ਹੁੰਦਾ ਤੇ ਤੁਹਾਡਾ ਸਰੀਰ ਵੀ ਉਦਾਂ ਹੀ ਰਿਐਕਟ ਕਰਦਾ ਹੈ। ਸੋ ਇਸ ਨੁਕਤੇ ਨੂੰ ਸਮਝਣ ਦੀ ਵੀ ਬਹੁਤ ਲੋੜ ਹੈ ਕਿ ਤੁਸੀਂ, ਜੇ ਕੁਦਰਤ ਨੇ ਤੁਹਾਨੂੰ ਸਮਾਂ ਦਿੱਤਾ ਹੈ, ਕੁਦਰਤ ਹੁਣ ਵੀ ਸਾਨੂੰ ਦੇ ਹੀ ਰਹੀ ਹੈ, ਲੈ ਨਹੀਂ ਰਹੀ ਸਾਡੇ ਤੋਂ, ਸਾਨੂੰ ਦੇ ਰਹੀ ਹੈ ਕਿ ਤੁਸੀਂ ਘਰਾਂ ਦੇ ਵਿੱਚ ਬੈਠੋ, ਤੁਹਾਨੂੰ ਸਮਾਂ ਦੇ ਰਹੀ ਹੈ ਕੁਦਰਤ। ਸੋ ਤੁਸੀਂ ਆਪਣਾ ਜਿਹੜਾ ਸਮਾਂ ਹੈ ਉਹ ਕੁਝ ਚੰਗਾ ਕਰਨ ਦੇ ਵਿੱਚ ਬਤੀਤ ਕਰੋ, ਕਿਉਂਕਿ ਘਰਾਂ ਦੇ ਵਿੱਚ ਬਹਿ ਕੇ ਵੀ ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਕਈ ਲੋਕ ਕਹਿ ਰਹੇ ਨੇ ਕਿ ਸਾਨੂੰ ਘਰਾਂ ਦੇ ਵਿੱਚ ਜੇਲ੍ਹ ਹੋ ਗਈ। ਜੇਲ੍ਹਾਂ ਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਕੈਦੀ ਹੁੰਦੇ ਨੇ ਤੇ ਕੁਝ ਕੈਦੀ ਉੱਥੇ ਪੜ੍ਹ ਲਿਖ ਕੇ ਬਹੁਤ ਅਧਿਆਤਮਿਕ ਤੌਰ ਤੇ ਬਹੁਤ ਉੱਚੇ ਵੀ ਚਲੇ ਜਾਂਦੇ ਨੇ। ਸੋ ਇਹੀ ਸਾਨੂੰ ਟਾਈਮ ਜਿਹੜਾ ਮਿਲਿਆ ਹੋਇਆ ਕਿ ਘਰਾਂ ਦੇ ਵਿੱਚ ਬਹਿ ਕੇ ਅਸੀਂ ਚੰਗੇ ਕੰਮ ਵੀ ਕਰ ਸਕਦੇ ਹਾਂ, ਪਰਮਾਤਮਾ ਦੇ ਨਾਲ ਆਪਣਾ ਮਨ ਹੈ ਜਿਹੜਾ ਉਹ ਲਗਾ ਸਕਦੇ ਹਾਂ। ਸਾਨੂੰ ਟਾਈਮ ਦਿੱਤਾ ਹੋਇਆ। ਕਈਆਂ ਦਾ, ਇਕੱਲੇ ਸਿੱਖ ਭਾਈਚਾਰੇ ਦੀ ਮੈਂ ਗੱਲ ਕਰਾਂ ਤਾਂ ਉਹਨਾਂ ਦਾ ਇਹ ਵੀ ਸ਼ਿਕਵਾ ਹੁੰਦਾ ਕਿ ਸਾਨੂੰ ਸੰਥਿਆ ਕਰਨ ਦੇ ਲਈ ਟਾਈਮ ਨਹੀਂ ਮਿਲਦਾ। ਠੀਕ ਹੈ, ਅਸੀਂ ਗੁਰਬਾਣੀ ਪੜ੍ਹਦੇ ਹਾਂ ਪਰ ਗੁਰਬਾਣੀ ਦੇ ਅਰਥ ਜਾਣਨ ਦਾ ਟਾਈਮ ਨਹੀਂ ਮਿਲਦਾ। ਸੋ ਹੁਣ ਤੁਹਾਡੇ ਸਭ ਦੇ ਕੋਲ ਟਾਈਮ ਹੈ। ਜਿਹੜੀਆਂ ਚੀਜ਼ਾਂ ਦੇ ਕੋਲ ਤੁਹਾਨੂੰ ਜ਼ਿੰਦਗੀ 'ਚ ਕਦੇ ਟਾਈਮ ਨਹੀਂ ਸੀ ਮਿਲਦਾ, ਹੁਣ ਤੁਹਾਨੂੰ ਸਭ ਨੂੰ ਕੁਦਰਤ ਨੇ ਟਾਈਮ ਦਿੱਤਾ ਹੈ। ਇਹਦਾ ਲਾਹਾ ਲੈ ਲਈਏ। ਸਿਰਫ ਤੇ ਸਿਰਫ ਮਹਾਮਾਰੀ ਤੋਂ ਡਰ ਕੇ ਆਪਣੇ ਮਨ ਤੇ ਮਾੜਾ ਅਸਰ ਨਾ ਪਾਈਏ। ਧੰਨਵਾਦ।